पिछले हफ्ते ਦੇ यूनीवर्सल लाइफ पॉलिसी ਦੇ ਐਪੀਸੋਡ ਤੋਂ ਬਾਅਦ ਸਾਨੂੰ ਪਾਲਿਸੀ ਦੇ ਰਿਵਿਊ ਲਈ ਲਗਭਗ 17 ਕਾਲਸ ਆਈਆਂ। ਇਹਨਾਂ 17 ਕਾਲਸ ਦੇ ਵਿੱਚੋਂ 12 ਅਜਿਹੇ ਕਲਾਇੰਟ ਸਨ ਜਿਨ੍ਹਾਂ ਦੀ ਪਾਲਿਸੀ ਮਿਨੀਮਮ ਪ੍ਰੀਮੀਅਮ ਤੇ ਚੱਲ ਰਹੀ ਸੀ। 3 ਅਜਿਹੇ ਕਲਾਇੰਟ ਜਿਹੜੇ ਆਪਣੀ ਗੁੰਜਾਇਸ਼ ਦੇ ਮੁਤਾਬਕ ਪ੍ਰੀਮੀਅਮ ਭਰ ਰਹੇ ਸਨ ਤੇ 2 ਅਜਿਹੇ ਕਲਾਇੰਟ ਜਿਨ੍ਹਾਂ ਦੀ ਪਾਲਿਸੀ ਮੈਕਸਿਮਮ ਪ੍ਰੀਮੀਅਮ ਤੇ ਚੱਲ ਰਹੀ ਸੀ। ਇਹਨਾਂ ਸਾਰਿਆਂ ਦੇ ਵਿੱਚ ਕਾਮਨ ਗੱਲ ਇਹ ਸੀ ਕਿ ਇਹਨਾਂ 17 ਕਲਾਇੰਟਸ ਦੇ ਕੋਲ ਆਪਣਾ ਕੋਈ ਸਰਵਿਸਿੰਗ ਐਡਵਾਈਜ਼ਰ ਨਹੀਂ ਸੀ। ਇਸ ਦਾ ਮਤਲਬ ਪਾਲਿਸੀ ਦਾ ਰਿਵਿਊ, ਪਾਲਿਸੀ ਵਿੱਚ ਫੰਡਸ ਕਿਵੇਂ ਪਰਫਾਰਮ ਕਰ ਰਹੇ ਨੇ, ਇਸ ਦਾ ਖਿਆਲ ਉਹਨਾਂ ਨੂੰ ਹੁਣ ਖੁਦ ਰੱਖਣਾ ਪਵੇਗਾ। ਔਰ ਇਹਨਾਂ 17 ਕਲਾਇੰਟਸ ਦੇ ਵਿੱਚੋਂ 16 ਅਜਿਹੇ ਕਲਾਇੰਟ ਸਨ ਜਿਨ੍ਹਾਂ ਨੂੰ ਪਾਲਿਸੀ ਕਿਵੇਂ ਚੱਲਦੀ ਹੈ, ਪਾਲਿਸੀ ਦੇ ਕੀ ਫੀਚਰਸ ਨੇ ਤੇ ਪਾਲਿਸੀ ਦੇ ਵਿੱਚ ਇਨਵੈਸਟਮੈਂਟਸ ਕਿਵੇਂ ਕੰਮ ਕਰਦੀਆਂ ਨੇ ਉਸ ਦੇ ਬਾਰੇ ਕੁਝ ਵੀ ਨਹੀਂ ਪਤਾ। ਤੇ ਸਿਰਫ ਅਜਿਹਾ ਇੱਕ ਕਲਾਇੰਟ ਸੀ ਜਿਸ ਨੂੰ ਇਸ ਪਾਲਿਸੀ ਦੇ ਬਾਰੇ ਜਾਂ ਉਸ ਦੀ ਇਨਵੈਸਟਮੈਂਟਸ ਦੇ ਬਾਰੇ ਪਤਾ ਸੀ। ਹੁਣ ਕੁਝ ਅਜਿਹਾ ਹਾਲ ਸਾਡੇ ਤੁਹਾਡੇ 'ਚੋਂ ਬਹੁਤ ਸਾਰੇ ਕਲਾਇੰਟਸ ਦਾ ਹੋ ਸਕਦਾ ਹੈ ਜਿਨ੍ਹਾਂ ਨੇ ਯੂਨੀਵਰਸਲ ਪਲਾਨਸ ਲਈਆਂ ਹੋਣਗੀਆਂ, ਮਿਨੀਮਮ ਪ੍ਰੀਮੀਅਮ ਤੇ ਆਪਣੀ ਪਾਲਿਸੀ ਚਲਾ ਰਹੇ ਹੋਣਗੇ, ਪਾਲਿਸੀ ਦੇ ਬਾਰੇ ਤੇ ਇਨਵੈਸਟਮੈਂਟਸ ਦੇ ਬਾਰੇ ਕੋਈ ਬਹੁਤ ਜ਼ਿਆਦਾ ਸਮਝ ਨਹੀਂ ਹੋਵੇਗੀ ਤੇ ਉਹਨਾਂ ਦੇ ਕੋਲ ਕੋਈ ਸਰਵਿਸਿੰਗ ਐਡਵਾਈਜ਼ਰ ਵੀ ਨਹੀਂ ਹੋਵੇਗਾ ਜਿਹੜਾ ਕਿ ਸਮੇਂ-ਸਮੇਂ ਤੇ ਉਹਨਾਂ ਦੀ ਪਾਲਿਸੀ ਨੂੰ ਰਿਵਿਊ ਕਰ ਸਕੇ। ਤੇ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਅਜਿਹੇ ਹੋਣ ਦੇ ਉੱਤੇ ਸਾਡੀਆਂ ਇਹ ਪਾਲਿਸੀਜ਼, ਯੂਨੀਵਰਸਲ ਲਾਈਫ ਪਾਲਿਸੀਜ਼ ਆਟੋ ਪਾਇਲਟ ਮੋਡ ਤੇ ਚੱਲ ਸਕਦੀਆਂ ਨੇ? ਕੀ ਪਾਲਿਸੀ ਦੇ ਵਿੱਚ ਇੰਨਾ ਫੰਡ ਹੋਵੇਗਾ ਕਿ ਸਾਨੂੰ ਸਾਰੀ ਉਮਰ ਦੀ ਕਵਰੇਜ ਮਿਲਦੀ ਰਹੇਗੀ? ਕੀ ਸਾਡੀਆਂ ਇਨਵੈਸਟਮੈਂਟਸ ਸਹੀ ਤਰੀਕੇ ਨਾਲ ਪਰਫਾਰਮ ਕਰਦੀਆਂ ਰਹਿ ਸਕਦੀਆਂ ਨੇ? ਕੀ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਅਜਿਹਾ ਤਾਂ ਨਹੀਂ ਕਿ ਸਾਡਾ ਪ੍ਰੀਮੀਅਮ 3 ਜਾਂ 4 ਗੁਣਾ ਵੱਧ ਜਾਵੇਗਾ, ਜਾਂ ਫਿਰ ਕਿਤੇ ਅਜਿਹਾ ਤਾਂ ਨਹੀਂ ਹੋਵੇਗਾ ਕਿ ਸਮੇਂ ਤੋਂ ਪਹਿਲਾਂ ਹੀ ਸਾਡੀ ਯੂਨੀਵਰਸਲ ਲਾਈਫ ਪਾਲਿਸੀ ਬੰਦ ਹੋ ਜਾਵੇ? ਬਹੁਤ ਸਾਰੇ ਸਵਾਲ ਬਣਦੇ ਨੇ ਯੂਨੀਵਰਸਲ ਪਾਲਿਸੀ ਨੂੰ ਲੈ ਕੇ, ਪਰ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਪਾਲਿਸੀ ਨੂੰ ਕਿੰਨੀ ਸਹਿਜਤਾ ਨਾਲ ਖਰੀਦਿਆ ਤੇ ਵੇਚਿਆ ਜਾਂਦਾ ਹੈ। ਮੇਰਾ ਸਮਝਣਾ ਹੈ ਕਿ ਯੂਨੀਵਰਸਲ ਲਾਈਫ ਪਾਲਿਸੀ ਨੂੰ ਖਰੀਦਣ ਤੇ ਵੇਚਣ ਲਈ ਐਡਵਾਈਜ਼ਰ ਤੇ ਕਲਾਇੰਟ ਦੋਵਾਂ ਨੂੰ ਇਸ ਪਾਲਿਸੀ ਦੇ ਬਾਰੇ ਤੇ ਪਾਲਿਸੀ ਦੀਆਂ ਵਿਚਲੀਆਂ ਇਨਵੈਸਟਮੈਂਟਸ ਦੇ ਬਾਰੇ ਅੱਛੀ ਤਰ੍ਹਾਂ ਪਤਾ ਹੋਣਾ ਲਾਜ਼ਮੀ ਹੈ। ਨਹੀਂ ਤਾਂ ਫਿਰ ਪਿਛਲੇ ਐਪੀਸੋਡ ਦੇ ਵਾਂਗ ਸਰਦਾਰ ਜਗਜੀਤ ਸਿੰਘ ਵਾਂਗ ਉਹਨਾਂ ਨੂੰ ਵੀ ਇੰਸ਼ੋਰੈਂਸ ਕੰਪਨੀ ਤੋਂ ਇਹ ਲੈਟਰ ਕਦੇ ਵੀ ਆ ਸਕਦਾ ਹੈ ਕਿ ਹੁਣ ਉਹਨਾਂ ਦੇ ਫੰਡ ਦੇ ਵਿੱਚ ਸਫੀਸ਼ੀਐਂਟ ਬੈਲੈਂਸ ਨਹੀਂ ਹੈ, ਇਸ ਕਰਕੇ ਜਾਂ ਤਾਂ ਉਹ ਪ੍ਰੀਮੀਅਮ ਵਧਾ ਕੇ ਦੇਣ, ਨਹੀਂ ਤਾਂ ਫਿਰ ਉਹਨਾਂ ਦੀ ਪਾਲਿਸੀ ਬੰਦ ਹੋ ਜਾਵੇਗੀ। ਅੱਜ ਦੇ ਐਪੀਸੋਡ ਦੇ ਵਿੱਚ ਕੋਸ਼ਿਸ਼ ਕਰਾਂਗੇ ਸਮਝਣ ਦੀ ਕਿ ਇਹ ਯੂਨੀਵਰਸਲ ਲਾਈਫ ਪਾਲਿਸੀ ਕੰਮ ਕਿਵੇਂ ਕਰਦੀ ਹੈ ਤੇ ਕੀ ਹਰ ਇੱਕ ਲਈ ਇਹ ਯੂਨੀਵਰਸਲ ਪਾਲਿਸੀ ਲੈਣਾ ਢੁਕਵਾਂ ਹੈ। ਤੇ ਜੇਕਰ ਹੁਣ ਤੱਕ ਤੁਸੀਂ ਸਾਡਾ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਾਡਾ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ, ਨਹੀਂ ਤਾਂ ਫਿਰ every Monday you will miss ਸਿੰਘ ਦੇ ਫੰਡੇ। ਚਲੋ ਪਹਿਲਾਂ ਗੱਲ ਕਰਦੇ ਹਾਂ ਕਿ ਯੂਨੀਵਰਸਲ ਲਾਈਫ ਪਲਾਨ ਕੀ ਹੁੰਦੀ ਹੈ ਤੇ ਇਹ ਯੂਨੀਵਰਸਲ ਲਾਈਫ ਪਲਾਨ ਕੰਮ ਕਿਵੇਂ ਕਰਦੀ ਹੈ। ਯੂਨੀਵਰਸਲ ਲਾਈਫ ਪਲਾਨ ਦੀ ਇੰਟਰੋਡਕਸ਼ਨ 80 ਦੇ ਦਸ਼ਕ ਵਿੱਚ ਹੋਈ ਸੀ। ਉਸ ਤੋਂ ਪਹਿਲਾਂ ਹੋਲ ਲਾਈਫ ਜਾਂ ਪਰਮਾਨੈਂਟ ਪਲਾਨਸ ਜਾਂ ਪਾਰਟਿਸਿਪੇਟਿੰਗ ਪਲਾਨਸ ਤਾਂ ਚੱਲ ਰਹੀਆਂ ਸਨ, ਪਰ ਕਲਾਇੰਟ ਆਪਣੀ ਪਾਲਿਸੀਜ਼ ਦੇ ਉੱਤੇ ਵੱਧ ਰਿਟਰਨ ਦੀ ਭਾਲ ਕਰ ਰਿਹਾ ਸੀ। ਸਟਾਕ ਮਾਰਕੀਟ ਅੱਛਾ ਚੱਲ ਰਹੀ ਸੀ, ਇਸ ਕਰਕੇ ਇੰਸ਼ੋਰੈਂਸ ਕੰਪਨੀਜ਼ ਨੇ ਯੂਨੀਵਰਸਲ ਲਾਈਫ ਪਾਲਿਸੀ ਦਾ ਕਨਸੈਪਟ ਇੰਟਰੋਡਿਊਸ ਕੀਤਾ, ਜਿਸ ਦੇ ਵਿੱਚ ਤੁਹਾਨੂੰ ਇੱਕ ਪਰਮਾਨੈਂਟ ਪਾਲਿਸੀ ਦੀ ਕਵਰੇਜ ਮਿਲ ਰਹੀ ਸੀ ਤਾਂ ਐਜ਼ ਵੈਲ ਐਜ਼ ਤੁਹਾਨੂੰ ਆਪਣੀ ਬਚੀ ਹੋਈ ਰਕਮ ਨੂੰ ਇਨਵੈਸਟ ਕਰਨ ਦੀ ਆਪਸ਼ਨ। ਯੂਨੀਵਰਸਲ ਲਾਈਫ ਪਾਲਿਸੀਜ਼ ਦੇ ਵਿੱਚ ਆਪਸ਼ਨ ਸੀ ਕਿ ਤੁਸੀਂ ਆਪਣੇ ਪ੍ਰੀਮੀਅਮ ਨੂੰ ਜਿੰਨਾ ਮਰਜ਼ੀ ਆਪਣੀ ਮਰਜ਼ੀ ਮੁਤਾਬਕ ਤੈਅ ਕਰ ਸਕਦੇ ਹੋ ਤੇ ਆਪਣੀ ਇਨਵੈਸਟਮੈਂਟਸ ਆਪਣੀ ਮਰਜ਼ੀ ਨਾਲ ਡਿਸਾਈਡ ਕਰ ਸਕਦੇ ਹੋ, ਪਰ ਇਸ ਦੀ ਇਹ ਸਰਲਤਾ ਹੀ ਇਸ ਪਾਲਿਸੀ ਨੂੰ ਗੁੰਝਲਦਾਰ ਵੀ ਬਣਾ ਦਿੰਦੀ ਹੈ। ਯੂਨੀਵਰਸਲ ਲਾਈਫ ਪਾਲਿਸੀ ਦਾ ਪ੍ਰੀਮੀਅਮ ਅਸੀਂ 3 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਪਹਿਲਾ ਹੈ ਰਿਸਕ ਪ੍ਰੀਮੀਅਮ, ਦੂਸਰਾ ਹੈ ਐਡਮਿਨਿਸਟ੍ਰੇਟਿਵ ਖਰਚੇ ਔਰ ਤੀਸਰਾ ਹੈ ਇਨਵੈਸਟਮੈਂਟ ਪ੍ਰੀਮੀਅਮ। ਹੁਣ ਰਿਸਕ ਪ੍ਰੀਮੀਅਮ ਨੂੰ ਬੇਸਿਕਲੀ 2 ਭਾਗਾਂ 'ਚ ਵੰਡ ਸਕਦੇ ਹਾਂ। ਪਹਿਲਾ ਹੈ YRT ਯਾਨੀ ਕਿ ਈਅਰਲੀ ਰੀਨਿਊਅਲ ਟਰਮ, ਦੂਸਰਾ ਹੈ ਲੈਵਲ ਕਾਸਟ ਆਫ ਇੰਸ਼ੋਰੈਂਸ। YRT ਮਤਲਬ ਕਿ ਜਿਵੇਂ ਜਿਵੇਂ ਤੁਹਾਡੀ ਜ਼ਿੰਦਗੀ ਦੇ ਉੱਤੇ ਰਿਸਕ ਵੱਧਦਾ ਹੈ ਉਵੇਂ ਉਵੇਂ ਤੁਹਾਡਾ ਰਿਸਕ ਪ੍ਰੀਮੀਅਮ ਵੱਧਦਾ ਹੈ ਤੇ ਲੈਵਲ ਕਾਸਟ ਆਫ ਇੰਸ਼ੋਰੈਂਸ ਦੇ ਵਿੱਚ ਤੁਹਾਡਾ ਰਿਸਕ ਪ੍ਰੀਮੀਅਮ ਹਮੇਸ਼ਾ ਹੀ ਸੇਮ ਰਹਿੰਦਾ ਹੈ। ਹੁਣ ਸਵਾਲ ਇਹ ਹੁੰਦਾ ਹੈ ਕਿ ਜੇਕਰ ਲੈਵਲ ਕਾਸਟ ਆਫ ਇੰਸ਼ੋਰੈਂਸ ਦੇ ਵਿੱਚ ਪ੍ਰੀਮੀਅਮ ਸੇਮ ਰਹਿੰਦਾ ਹੈ ਤਾਂ ਲੈਵਲ ਕਾਸਟ ਆਫ ਇੰਸ਼ੋਰੈਂਸ ਲੈਣਾ ਜ਼ਿਆਦਾ ਬਿਹਤਰ ਨਹੀਂ ਹੈ। ਇੱਥੇ ਮੈਂ ਇੱਕ ਫੰਡਾ ਦੱਸਣਾ ਚਾਹਾਂਗਾ ਕਿ YRT ਦੇ ਵਿੱਚ ਤੁਹਾਡਾ ਰਿਸਕ ਪ੍ਰੀਮੀਅਮ ਤੁਹਾਡੀ ਉਮਰ ਦੇ ਮੁਤਾਬਕ ਡਿਸਾਈਡ ਹੁੰਦਾ ਹੈ। ਜਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਹੈ ਉਵੇਂ ਉਵੇਂ ਤੁਹਾਡਾ ਰਿਸਕ ਪ੍ਰੀਮੀਅਮ ਵੀ ਵੱਧਦਾ ਹੈ। ਇਸ ਕਰਕੇ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਤੁਹਾਡੀ ਉਮਰ ਛੋਟੀ ਹੈ, ਤੁਹਾਡੇ ਤੇ ਰਿਸਕ ਵੀ ਘੱਟ ਹੈ, ਤਾਂ ਤੁਹਾਡਾ ਰਿਸਕ ਪ੍ਰੀਮੀਅਮ ਘੱਟ ਕੱਟਿਆ ਜਾਵੇਗਾ ਔਰ ਜ਼ਿਆਦਾ ਬਚਿਆ ਹੋਇਆ ਪ੍ਰੀਮੀਅਮ ਇਨਵੈਸਟਮੈਂਟ ਵਿੱਚ ਜਾਵੇਗਾ। ਇਸ ਦੇ ਉਲਟ ਅਗਰ ਤੁਸੀਂ ਲੈਵਲ ਕਾਸਟ ਆਫ ਇੰਸ਼ੋਰੈਂਸ ਲੈਂਦੇ ਹੋ ਤਾਂ ਤੁਹਾਡਾ
ਰਿਸਕ ਪ੍ਰੀਮੀਅਮ ਅੱਜ ਤੋਂ ਹੀ ਡਿਸਾਈਡ ਕਰ ਦਿੱਤਾ ਜਾਵੇਗਾ, ਜਿਹੜਾ ਕਦੀ ਬਦਲੇਗਾ ਨਹੀਂ। ਲੇਕਿਨ ਉਸ ਪ੍ਰੀਮੀਅਮ ਦੇ ਵਿੱਚ ਤੁਹਾਡੀ ਵਧੀ ਹੋਈ ਉਮਰ ਦਾ ਪ੍ਰੀਮੀਅਮ ਵੀ ਸ਼ਾਮਿਲ ਹੋਵੇਗਾ ਤੇ ਲੈਵਲ ਕਾਸਟ ਆਫ ਇੰਸ਼ੋਰੈਂਸ ਦੇ ਵਿੱਚ ਤੁਹਾਡਾ ਇਨਵੈਸਟਮੈਂਟ ਲਈ ਪ੍ਰੀਮੀਅਮ ਬਹੁਤ ਘੱਟ ਬਚਦਾ ਹੈ। ਇਸ ਕਰਕੇ ਜਦੋਂ ਅਸੀਂ YRT ਜਾਂ ਲੈਵਲ ਕਾਸਟ ਆਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ ਉਸ ਵੇਲੇ ਇਹ ਡਿਸੀਜਨ ਲੈਣਾ ਬਹੁਤ ਹੀ ਅਹਿਮ ਹੈ ਕਿ ਅਸੀਂ ਇਹਨਾਂ ਦੋਨਾਂ ਦੇ ਵਿੱਚੋਂ ਕਿਹੜੀ ਆਪਸ਼ਨਸ ਨੂੰ ਚੂਜ਼ ਕਰਨਾ ਹੈ, ਕਿਉਂਕਿ YRT ਮਤਲਬ ਕਿ ਸ਼ੁਰੂਆਤੀ ਦੌਰ ਦੇ ਵਿੱਚ ਰਿਸਕ ਪ੍ਰੀਮੀਅਮ ਘੱਟ ਤੇ ਇਨਵੈਸਟਮੈਂਟ ਲਈ ਜ਼ਿਆਦਾ ਰਕਮ, ਤੇ ਲੈਵਲ ਕਾਸਟ ਆਫ ਇੰਸ਼ੋਰੈਂਸ ਦੇ ਵਿੱਚ ਬੇਸ਼ੱਕ ਤੁਹਾਡੀ ਕਾਸਟ ਆਫ ਇੰਸ਼ੋਰੈਂਸ ਨਹੀਂ ਵਧੇਗੀ ਪਰ ਇਨਵੈਸਟਮੈਂਟ ਲਈ ਰਕਮ ਘੱਟ ਬਚੇਗੀ। ਜਿਵੇਂ ਕਿ ਮੈਂ ਜ਼ਿਕਰ ਕੀਤਾ ਸੀ ਕਿ ਯੂਨੀਵਰਸਲ ਲਾਈਫ ਪਾਲਿਸੀ ਦੇ ਵਿੱਚ ਤੁਹਾਡਾ ਪ੍ਰੀਮੀਅਮ 3 ਭਾਗਾਂ 'ਚ ਵੰਡਿਆ ਜਾਂਦਾ ਹੈ, ਰਿਸਕ ਪ੍ਰੀਮੀਅਮ, ਐਡਮਿਨਿਸਟ੍ਰੇਟਿਵ ਖਰਚੇ ਤੇ ਇਨਵੈਸਟਮੈਂਟ। ਹੁਣ ਪਾਲਿਸੀ ਦੀ ਸ਼ੁਰੂਆਤ ਦੇ ਵਿੱਚ ਰਿਸਕ ਘੱਟ ਹੋਣ ਕਰਕੇ ਤੁਹਾਡਾ ਰਿਸਕ ਪ੍ਰੀਮੀਅਮ ਘੱਟ ਹੁੰਦਾ ਹੈ ਤੇ ਜ਼ਿਆਦਾ ਪੋਰਸ਼ਨ ਇਨਵੈਸਟਮੈਂਟ ਲਈ ਬਚਦਾ ਹੈ, ਪਰ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਹੈ ਉਵੇਂ ਉਵੇਂ ਇਹ ਰਿਸਕ ਪ੍ਰੀਮੀਅਮ ਦੀ ਕਟੌਤੀ ਜ਼ਿਆਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਨਵੈਸਟਮੈਂਟ ਦਾ ਪੋਰਸ਼ਨ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਇੱਕ ਅਜਿਹਾ ਸਮਾਂ ਵੀ ਆਉਂਦਾ ਹੈ ਕਿ ਜਦੋਂ ਸਾਡਾ ਰਿਸਕ ਪ੍ਰੀਮੀਅਮ ਸਾਡੇ ਪ੍ਰੀਮੀਅਮ ਦੇ ਬਰਾਬਰ ਹੋ ਜਾਂਦਾ ਹੈ ਤੇ ਇਨਵੈਸਟਮੈਂਟ ਲਈ ਹੁਣ ਰਕਮ ਬਚਣੀ ਬੰਦ ਹੋ ਜਾਂਦੀ ਹੈ। ਇਸ ਤੋਂ ਬਾਅਦ ਫਿਰ ਅਜਿਹਾ ਦੌਰ ਆਉਂਦਾ ਹੈ ਜਦੋਂ ਸਾਡਾ ਰਿਸਕ ਪ੍ਰੀਮੀਅਮ ਸਾਡੇ ਪ੍ਰੀਮੀਅਮ ਨਾਲੋਂ ਵੱਧ ਜਾਂਦਾ ਹੈ। ਹੁਣ ਉਸ ਵੇਲੇ ਕੰਪਨੀ ਸਾਡਾ ਪ੍ਰੀਮੀਅਮ ਸਾਡੇ ਤੋਂ ਵੱਧ ਚਾਰਜ ਨਹੀਂ ਕਰਦੀਆਂ, ਉਹ ਸਾਡੇ ਜੁੜੇ ਹੋਏ ਫੰਡ ਦੇ ਵਿੱਚੋਂ ਰਕਮ ਕੱਢ ਕੇ ਉਸ ਵਧੇ ਹੋਏ ਪ੍ਰੀਮੀਅਮ ਨੂੰ ਕੰਪਨਸੇਟ ਕਰਦੀਆਂ ਨੇ। ਲੇਕਿਨ ਇਹ ਸਿਲਸਿਲਾ ਤਦ ਤੱਕ ਹੀ ਚੱਲਦਾ ਹੈ ਜਦ ਤੱਕ ਉਸ ਫੰਡ ਦੇ ਵਿੱਚ ਰਕਮ ਬਣੀ ਰਹਿੰਦੀ ਹੈ। ਹੁਣ ਜਦੋਂ ਉਹ ਫੰਡ ਖਤਮ ਹੋ ਜਾਏਗਾ ਉਸ ਤੋਂ ਬਾਅਦ ਫਿਰ ਇੰਸ਼ੋਰੈਂਸ ਕੰਪਨੀਆਂ ਤੁਹਾਨੂੰ ਇੱਕ ਲੈਟਰ ਪਾ ਦੇਣਗੀਆਂ ਕਿ ਤੁਹਾਡੀ ਪਾਲਿਸੀ ਦੇ ਫੰਡਸ ਦੇ ਵਿੱਚ ਰਕਮ ਬਕਾਇਆ ਨਹੀਂ ਹੈ। ਅਗਰ ਤੁਸੀਂ ਪਾਲਿਸੀ ਨੂੰ ਚੱਲਦਾ ਰੱਖਣਾ ਚਾਹੁੰਦੇ ਹੋ ਤੇ ਤੁਹਾਨੂੰ ਆਪਣੀ ਪ੍ਰੀਮੀਅਮ ਨੂੰ ਵਧਾ ਕੇ ਦੇਣਾ ਪਵੇਗਾ, ਜਾਂ ਤੁਹਾਨੂੰ ਬੀਮਾ ਰਾਸ਼ੀ ਘਟਾਉਣੀ ਪਵੇਗੀ, ਜਾਂ ਫਿਰ ਪਾਲਿਸੀ ਬੰਦ ਕਰਨੀ ਪਵੇਗੀ। ਹੁਣ ਇੱਥੇ ਬਹੁਤ ਜ਼ਰੂਰੀ ਬਣ ਜਾਂਦਾ ਹੈ ਕਿ ਤੁਸੀਂ ਆਪਣੀਆਂ ਇਨਵੈਸਟਮੈਂਟਸ ਨੂੰ ਕਿਵੇਂ ਚੁਣਦੇ ਹੋ, ਤੁਸੀਂ ਆਪਣੀ ਇਨਵੈਸਟਮੈਂਟਸ ਦੀ ਕਿਵੇਂ ਮੋਨੀਟਰਿੰਗ ਕਰਦੇ ਹੋ, ਤੁਸੀਂ ਆਪਣਾ ਕਿੰਨਾ ਪ੍ਰੀਮੀਅਮ ਦਿੰਦੇ ਹੋ ਤੇ ਕੀ ਤੁਸੀਂ ਉਸ ਦੇ ਵਿੱਚੋਂ ਕਦੀ ਕੋਈ ਕੈਸ਼ ਵਿਡਰਾਅ ਤਾਂ ਨਹੀਂ ਕਰਦੇ। ਕਿਉਂਕਿ ਅਕਸਰ ਪਾਲਿਸੀ ਵੇਚਣ ਵੇਲੇ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਇਸ ਪਾਲਿਸੀ ਦੇ ਵਿੱਚੋਂ ਕੈਸ਼ ਵੈਲਿਊ ਵੀ ਲੈ ਸਕਦੇ ਹੋ, ਪਰ ਇੱਥੇ ਮੈਂ ਇੱਕ ਫੰਡਾ ਤੁਹਾਨੂੰ ਜ਼ਰੂਰ ਦੱਸਦਾ ਕਿ ਕੈਸ਼ ਵੈਲਿਊ ਲੈਣ ਦਾ ਮਤਲਬ ਹੈ ਕਿ ਆਪਣੀ ਪਾਲਿਸੀ ਦੇ ਫੰਡ ਨੂੰ ਖਤਮ ਕਰ ਦੇਣਾ। ਤਾਂ ਫਿਰ ਹੋਵੇਗਾ ਕਿ ਤੁਹਾਡੀ ਪਾਲਿਸੀ ਸਮੇਂ ਤੋਂ ਪਹਿਲਾਂ ਹੀ ਜਾਂ ਤਾਂ ਪ੍ਰੀਮੀਅਮ ਵਧਾਉਣਾ ਪਵੇਗਾ ਜਾਂ ਫਿਰ ਬੰਦ ਹੋ ਜਾਵੇਗੀ। ਹੁਣ ਕੀ ਹੋਵੇਗਾ ਜੇਕਰ ਇਹ ਲੈਟਰ ਸਾਨੂੰ ਉਸ ਉਮਰ ਦੇ ਵਿੱਚ ਆਵੇ ਜਦੋਂ ਕਿ ਸਾਡੀ ਆਮਦਨ ਬੰਦ ਹੋ ਚੁੱਕੀ ਹੋਵੇ ਤੇ ਉਮਰ ਬਹੁਤ ਜ਼ਿਆਦਾ ਹੋ ਚੁੱਕੀ ਹੋਵੇ। ਹੁਣ ਉਸ ਉਮਰ ਦੇ ਵਿੱਚ ਪ੍ਰੀਮੀਅਮ ਬਹੁਤ ਜ਼ਿਆਦਾ ਹੋਵੇਗਾ ਜਿਹੜਾ ਕਿ ਸ਼ਾਇਦ ਅਫੋਰਡ ਕਰਨਾ ਮੁਸ਼ਕਿਲ ਹੋਵੇ। ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਅਗਰ ਅਜਿਹੀ ਗੱਲ ਹੈ ਤਾਂ ਕੀ ਯੂਨੀਵਰਸਲ ਪਲਾਨ ਲੈਣਾ ਸਾਰਿਆਂ ਲਈ ਢੁਕਵਾਂ ਹੈ, ਕਿ ਹਰ ਇੱਕ ਨੂੰ ਯੂਨੀਵਰਸਲ ਲਾਈਫ ਪਲਾਨ ਲੈਣੀ ਚਾਹੀਦੀ ਹੈ। ਇੱਥੇ ਮੈਂ ਉਸ ਗੱਲ ਦਾ ਜ਼ਿਕਰ ਕਰਨਾ ਚਾਹਾਂਗਾ ਜਿਹੜਾ ਮੈਂ ਪਹਿਲੇ ਵੀ ਗੱਲ ਕਹੀ ਹੈ ਕਿ ਪਾਲਿਸੀ ਖਰੀਦਣ ਜਾਂ ਵੇਚਣ ਵੇਲੇ ਕਲਾਇੰਟ ਤੇ ਐਡਵਾਈਜ਼ਰ ਦੋਨਾਂ ਨੂੰ ਇਸ ਪਾਲਿਸੀ ਦੀ ਸਮਝ ਤੇ ਇਨਵੈਸਟਮੈਂਟਸ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਯੂਨੀਵਰਸਲ ਲਾਈਫ ਪਲਾਨਸ ਬਾਕੀ ਪਲਾਨਸ ਨਾਲੋਂ ਹਟ ਕੇ ਕੰਮ ਕਰਦੀਆਂ ਨੇ। ਇਸ ਦੇ ਵਿੱਚ ਇਨਵੈਸਟਮੈਂਟਸ ਦਾ ਮੁੱਖ ਰੋਲ ਹੁੰਦਾ ਹੈ। ਜੇਕਰ ਤੁਹਾਡੀ ਇਨਵੈਸਟਮੈਂਟਸ ਵਧੀਆ ਪਰਫਾਰਮ ਕਰ ਰਹੀ ਹੈ ਤਾਂ ਤੁਹਾਡੇ ਇਨਵੈਸਟਮੈਂਟ ਫੰਡਸ ਜੁੜਦੇ ਜਾਣਗੇ ਜਿਹੜੇ ਕਿ ਪਾਲਿਸੀ ਨੂੰ ਚੱਲਦਾ ਰੱਖਣ ਦੇ ਵਿੱਚ ਸਹਾਇਕ ਹੋਣਗੇ। ਪਰ ਜੇਕਰ ਤੁਹਾਡੀਆਂ ਇਨਵੈਸਟਮੈਂਟ ਸਹੀ ਪਰਫਾਰਮ ਨਹੀਂ ਕਰ ਰਹੀਆਂ ਤੇ ਤੁਹਾਡੀ ਕਾਸਟ ਆਫ ਇੰਸ਼ੋਰੈਂਸ ਵੱਧਦੀ ਜਾ ਰਹੀ ਹੈ ਤਾਂ ਤੁਹਾਡਾ ਪ੍ਰੀਮੀਅਮ ਉਸ ਕਾਸਟ ਆਫ ਇੰਸ਼ੋਰੈਂਸ ਨੂੰ ਜਸਟੀਫਾਈ ਜਾਂ ਉਸ ਕਾਸਟ ਆਫ ਇੰਸ਼ੋਰੈਂਸ ਨੂੰ ਸਪੋਰਟ ਨਹੀਂ ਕਰ ਪਾਵੇਗਾ ਤੇ ਤੁਹਾਡੀਆਂ ਇਨਵੈਸਟਮੈਂਟਸ ਵੀ ਉਸ ਕਾਸਟ ਆਫ ਇੰਸ਼ੋਰੈਂਸ ਨੂੰ ਸਪੋਰਟ ਨਹੀਂ ਕਰਨਗੀਆਂ। ਤਾਂ ਫਿਰ ਹੋਵੇਗਾ ਕਿ ਫਿਰ ਕੰਪਨੀ ਤੁਹਾਨੂੰ ਲੈਟਰ ਪਾ ਦੇਵੇਗੀ ਜਾਂ ਤਾਂ ਪਾਲਿਸੀ ਦਾ ਪ੍ਰੀਮੀਅਮ ਵਧਾ ਦਿਓ, ਨਹੀਂ ਤਾਂ ਫਿਰ ਪਾਲਿਸੀ ਬੰਦ। ਹੁਣ ਜੇਕਰ ਤੁਸੀਂ ਕੁਝ ਇਹੀ ਪਾਲਿਸੀ ਚਾਹੁੰਦੇ ਹੋ ਜਿਸ ਦੇ ਵਿੱਚ ਕਿ ਤੁਹਾਨੂੰ ਇੰਸ਼ੋਰੈਂਸ ਦੀ ਗਰੰਟੀ ਮਿਲੇ, ਪ੍ਰੀਮੀਅਮ ਦੇ ਵਧਣ ਘਟਣ ਦੀ ਚਿੰਤਾ ਨਾ ਹੋਵੇ, ਤਾਂ ਫਿਰ ਤੁਸੀਂ ਸਧਾਰਨ ਹੋਲ ਲਾਈਫ ਪਲਾਨ ਜਾਂ ਪਾਰਟਿਸਿਪੇਟਿੰਗ ਪਲਾਨ ਲੈ ਸਕਦੇ ਹੋ। ਪਰ ਯੂਨੀਵਰਸਲ ਲਾਈਫ ਪਲਾਨ ਲੈਣ ਦੀ ਸ਼ਰਤ ਇਹੀ ਹੋਵੇਗੀ ਕਿ ਤੁਹਾਨੂੰ ਉਸ ਦੀ ਸਮਝ ਅੱਛੀ ਤਰ੍ਹਾਂ ਆ ਚੁੱਕੀ ਹੋਵੇ, ਤੁਸੀਂ ਉਸ ਦੀਆਂ ਵਿਚਲੀਆਂ ਇਨਵੈਸਟਮੈਂਟਸ ਨੂੰ ਚੰਗੀ ਤਰ੍ਹਾਂ ਸਮਝਦੇ ਹੋਵੋ ਤੇ ਉਸ ਦੇ ਵਿਚਕਾਰਲੇ ਰਿਸਕ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ। ਜੇਕਰ ਤੁਸੀਂ ਇਸ ਪਾਲਿਸੀ ਨੂੰ ਆਟੋ ਪਾਇਲਟ ਮੋਡ ਦੇ ਵਿੱਚ ਚਲਾਉਣਾ ਚਾਹੁੰਦੇ ਹੋ ਜਾਂ
ਤੁਸੀਂ ਇਸ ਪਾਲਿਸੀ ਨੂੰ ਚਲਾਉਣ ਲਈ ਆਪਣੇ ਐਡਵਾਈਜ਼ਰ ਦੇ ਉੱਤੇ ਡਿਪੈਂਡੈਂਟ ਹੋ ਤੇ ਸ਼ਾਇਦ ਇਹ ਪਾਲਿਸੀ ਤੁਹਾਡੇ ਲਈ ਉਨੀ ਢੁਕਵੀਂ ਨਹੀਂ ਹੋਵੇਗੀ, ਕਿਉਂਕਿ ਹੋ ਸਕਦਾ ਹੈ ਕਿ ਆਪਣੀ ਮਸਰੂਫੀਅਤ ਦੇ ਕਾਰਨ ਤੁਸੀਂ ਇਸ ਪਾਲਿਸੀ ਦਾ ਸਮੇਂ-ਸਮੇਂ ਤੱਕ ਮੋਨੀਟਰਿੰਗ ਨਾ ਕਰ ਪਾਓ, ਜਦ ਕਿ ਇਸ ਪਾਲਿਸੀ ਨੂੰ ਹਰ ਸਾਲ ਮੋਨੀਟਰ ਕਰਨਾ, ਇਸ ਦੀਆਂ ਇਨਵੈਸਟਮੈਂਟਸ ਦੀ ਦੇਖਰੇਖ ਕਰਨਾ ਬਹੁਤ ਹੀ ਜ਼ਰੂਰੀ ਹੈ। ਹੁਣ ਇਸ ਦਾ ਮਤਲਬ ਇਹ ਨਹੀਂ ਕਿ ਯੂਨੀਵਰਸਲ ਪਲਾਨਸ ਨਹੀਂ ਲੈਣੀਆਂ ਚਾਹੀਦੀਆਂ। ਯੂਨੀਵਰਸਲ ਪਲਾਨਸ ਲੈਣੀਆਂ ਬਹੁਤ ਜ਼ਿਆਦਾ ਢੁਕਵੀਆਂ ਨੇ। ਅਗਰ ਤੁਸੀਂ ਆਪਣਾ TFSA ਜਾਂ RRSP ਦਾ ਰੂਮ ਪੂਰਾ ਕਰ ਚੁੱਕੇ ਹੋ ਪਰ ਅਜੇ ਵੀ ਤੁਹਾਡੇ ਕੋਲ ਇਨਵੈਸਟਮੈਂਟ ਦੀ ਗੁੰਜਾਇਸ਼ ਹੈ ਤਾਂ ਤੁਸੀਂ ਫਿਰ ਯੂਨੀਵਰਸਲ ਲਾਈਫ ਪਲਾਨ ਨੂੰ ਇੱਕ ਬਹੁਤ ਵਧੀਆ ਇਨਵੈਸਟਮੈਂਟ ਸਟ੍ਰੈਟਜੀ ਦੇ ਰੂਪ ਦੇ ਵਿੱਚ ਵਰਤ ਸਕਦੇ ਹੋ। ਤੁਸੀਂ ਬਿਜ਼ਨਸਮੈਨ ਹੋ, ਤੁਹਾਡੇ ਕੋਲ ਇਨਵੈਸਟ ਕਰਨ ਲਈ ਰਕਮ ਮੌਜੂਦ ਹੈ ਤਾਂ ਤੁਸੀਂ ਇਸ ਦੇ ਮੈਕਸਿਮਮ ਪ੍ਰੀਮੀਅਮ ਦਾ ਬੈਨੀਫਿਟ ਉਠਾ ਕੇ ਤੁਸੀਂ ਇਸ ਵਿੱਚ ਆਪਣੀ ਇਨਵੈਸਟਮੈਂਟ ਕਰ ਸਕਦੇ ਹੋ ਟੈਕਸ ਡੈਫਰਡ। ਇਸ ਲਈ ਬਿਜ਼ਨਸਮੈਨ ਲਈ ਯੂਨੀਵਰਸਲ ਲਾਈਫ ਪਲਾਨ ਇੱਕ ਬਹੁਤ ਵਧੀਆ ਇਨਵੈਸਟਮੈਂਟ ਟੂਲ ਹੈ। ਜੇਕਰ ਤੁਸੀਂ ਇਨਵੈਸਟਮੈਂਟਸ ਦੀ ਅੱਛੀ ਜਾਣਕਾਰੀ ਰੱਖਦੇ ਹੋ ਔਰ ਆਪਣੀ ਪਾਲਿਸੀ ਦੀ ਇਨਵੈਸਟਮੈਂਟਸ ਨੂੰ ਸਮੇਂ-ਸਮੇਂ ਤੇ ਮੋਨੀਟਰ ਕਰ ਸਕਦੇ ਹੋ ਤਾਂ ਯੂਨੀਵਰਸਲ ਪਾਲਿਸੀ ਲੈਣਾ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੈ, ਕਿਉਂਕਿ ਬਹੁਤ ਘੱਟ ਪ੍ਰੀਮੀਅਮ ਦੇ ਵਿੱਚ ਤੁਹਾਨੂੰ ਪਰਮਾਨੈਂਟ ਪਾਲਿਸੀ ਮਿਲ ਜਾਂਦੀ ਹੈ ਤੇ ਉਸ ਦੇ ਨਾਲ ਤੁਹਾਨੂੰ ਇਨਵੈਸਟਮੈਂਟ ਕਰਨ ਦੀਆਂ ਬਹੁਤ ਸਾਰੀਆਂ ਆਪਸ਼ਨਸ ਮਿਲ ਜਾਂਦੀਆਂ ਨੇ ਔਰ ਇਹਨਾਂ ਇਨਵੈਸਟਮੈਂਟਸ ਦੇ ਉੱਤੇ ਟੈਕਸ ਨਹੀਂ ਲੱਗਦਾ ਅਗਰ ਉਹਨਾਂ ਦੇ ਵਿੱਚ ਗਰੋਥ ਹੁੰਦੀ ਹੈਗੀ ਹੈ ਤੇ ਉਸ ਤੋਂ ਬਾਅਦ ਇਸ ਪਾਲਿਸੀਜ਼ ਦਾ ਡੈਥ ਕਲੇਮ ਵੀ ਟੈਕਸੇਬਲ ਨਹੀਂ ਹੁੰਦਾ। ਤੇ ਅਗਰ ਤੁਸੀਂ ਆਪਣੀ ਇਨਵੈਸਟਮੈਂਟਸ ਨੂੰ ਟੈਕਸ ਫ੍ਰੀ ਆਪਣੇ ਵਾਰਸਾਂ ਨੂੰ ਦੇਣਾ ਚਾਹੁੰਦੇ ਹੋ ਤਾਂ ਯੂਨੀਵਰਸਲ ਲਾਈਫ ਪਲਾਨ ਇੱਕ ਬਹੁਤ ਅੱਛਾ ਆਲਟਰਨੇਟਿਵ ਹੈ। ਇਹ ਕ੍ਰੈਡੀਟਰ ਪ੍ਰੂਫ ਵੀ ਹੈ ਤੇ ਇਸ ਦੇ ਵਿੱਚ ਮਿਲਣ ਵਾਲਾ ਡੈਥ ਕਲੇਮ ਟੈਕਸੇਬਲ ਨਹੀਂ ਹੁੰਦਾ। ਇਸ ਕਰਕੇ ਅਗਰ ਲੈਗੇਸੀ ਦੀ ਪਲੈਨਿੰਗ ਕਰਨੀ ਹੈ ਜਾਂ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ ਤੇ ਯੂਨੀਵਰਸਲ ਲਾਈਫ ਪਾਲਿਸੀ ਫਾਈਨੈਂਸ਼ੀਅਲ ਪਲੈਨਿੰਗ ਦਾ ਇੱਕ ਬਹੁਤ ਹੀ ਅਹਿਮ ਤੇ ਜ਼ਰੂਰੀ ਹਿੱਸਾ ਹੈ। ਫਰੈਂਡਸ, ਇੱਥੇ ਇੱਕ ਮੈਂ ਫੰਡਾ ਡਿਸਕਸ ਕਰਨਾ ਚਾਹਾਂਗਾ ਕਿ ਕਿਸੇ ਇਨਵੈਸਟਮੈਂਟ ਦੀ ਪਾਸਟ ਪਰਫਾਰਮੈਂਸ ਉਸ ਦੀ ਫਿਊਚਰ ਰਿਟਰਨਸ ਦੀ ਗਰੰਟੀ ਨਹੀਂ ਹੈ। ਇਸ ਲਈ ਯੂਨੀਵਰਸਲ ਲਾਈਫ ਪਾਲਿਸੀ ਦੇ ਵਿੱਚ ਫੰਡ ਸਿਲੈਕਟ ਕਰਦੇ ਸਮੇਂ ਆਪਣੇ ਰਿਸਕ ਪ੍ਰੋਫਾਈਲਸ ਤੇ ਆਪਣੇ ਗੋਲਸ ਨੂੰ ਮੈਚ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਯੂਨੀਵਰਸਲ ਲਾਈਫ ਪਲਾਨ ਨੂੰ ਬਿਨਾਂ ਸਮਝੇ ਔਰ ਆਪਣੇ ਰਿਸਕ ਪ੍ਰੋਫਾਈਲ ਨੂੰ ਬਿਨਾਂ ਜਾਣੇ ਇਹ ਪਾਲਿਸੀ ਲੈਂਦੇ ਹੋ ਤੇ ਇਨਵੈਸਟ ਕਰਦੇ ਹੋ, ਇਹ ਰਿਸਕੀ ਹੋ ਸਕਦਾ ਹੈ ਤੇ ਐਡਵਾਈਜ਼ੇਬਲ ਨਹੀਂ ਹੈ। ਯੂਨੀਵਰਸਲ ਲਾਈਫ ਪਾਲਿਸੀ ਨੂੰ ਖਰੀਦਣ ਤੋਂ ਪਹਿਲਾਂ ਇਹ ਯਕੀਨੀ ਬਣਾ ਲੈਣਾ ਜ਼ਰੂਰੀ ਹੈ ਕਿ ਕੀ ਤੁਹਾਨੂੰ ਪਾਲਿਸੀ ਦੀ ਸਮਝ ਹੈ ਜਾਂ ਪਾਲਿਸੀ ਦੇ ਵਿਚਲੀ ਇਨਵੈਸਟਮੈਂਟਸ ਦੀ ਸਮਝ ਹੈ, ਕੀ ਤੁਹਾਡਾ ਐਡਵਾਈਜ਼ਰ ਇਨਵੈਸਟਮੈਂਟ ਦਾ ਐਕਸਪੀਰੀਅੰਸ ਰੱਖਦਾ ਹੈ ਜਾਂ ਫਿਰ ਤੁਸੀਂ ਆਪਣੇ ਐਡਵਾਈਜ਼ਰ ਦੀ ਸਪੋਰਟ ਦੇ ਬਿਨਾਂ ਵੀ ਇਸ ਪਾਲਿਸੀ ਨੂੰ ਮੋਨੀਟਰ ਕਰ ਸਕਦੇ ਹੋ ਤੇ ਚੱਲਦਾ ਰੱਖ ਸਕਦੇ ਹੋ। ਜੇਕਰ ਤੁਸੀਂ ਇਹ ਪਾਲਿਸੀ ਲੈ ਚੁੱਕੇ ਹੋ ਤਾਂ ਤੁਹਾਨੂੰ ਤੁਹਾਡੀ ਕੰਪਨੀ ਹਰ ਸਾਲ ਇੱਕ ਸਟੇਟਮੈਂਟ ਭੇਜਦੀ ਹੈ। ਅੱਜ ਤੋਂ ਬਾਅਦ ਉਸ ਸਟੇਟਮੈਂਟ ਨੂੰ ਖੋਲ੍ਹ ਕੇ ਜ਼ਰੂਰ ਪੜ੍ਹਨਾ, ਉਹ ਐਨਵੈਲਪ 'ਚ ਬੰਦ ਨਾ ਰਹਿ ਜਾਏ, ਕਿਉਂਕਿ ਬਹੁਤ ਸਾਰੇ ਸਮੇਂ ਦੇ ਵਿੱਚ ਇਹ ਵੇਖਿਆ ਗਿਆ ਹੈ ਕਿ ਅਸੀਂ ਇਹਨਾਂ ਸਟੇਟਮੈਂਟਸ ਵੱਲ ਗੌਰ ਨਹੀਂ ਕਰਦੇ, ਜਦ ਕਿ ਯੂਨੀਵਰਸਲ ਲਾਈਫ ਦੀਆਂ ਸਟੇਟਮੈਂਟਸ ਸਾਨੂੰ ਬਹੁਤ ਕੁਝ ਦੱਸ ਦਿੰਦੀਆਂ ਨੇ ਕਿ ਸਾਡੇ ਫੰਡਸ ਕਿਵੇਂ ਪਰਫਾਰਮ ਕਰ ਰਹੇ ਨੇ। ਸਾਨੂੰ ਪ੍ਰੀਮੀਅਮ ਦਾ ਐਡਜਸਟਮੈਂਟ ਕਰਨ ਦੀ ਲੋੜ ਤਾਂ ਨਹੀਂ ਜਾਂ ਫੰਡ ਚੇਂਜ ਕਰਨ ਦੀ ਲੋੜ ਤਾਂ ਨਹੀਂ। ਪਰ ਜੇਕਰ ਤੁਹਾਡੇ ਕੋਲ ਕੋਈ ਸਰਵਿਸਿੰਗ ਐਡਵਾਈਜ਼ਰ ਨਹੀਂ ਹੈ ਤਾਂ ਤੁਸੀਂ ਸਾਨੂੰ ਯਾਨੀ ਕਿ truepex.ca ਦੇ ਉੱਤੇ ਕੰਟੈਕਟ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਪਰਸਨਲੀ ਵੀ ਕਾਲ ਕਰ ਸਕਦੇ ਹੋ। ਅਸੀਂ ਤੁਹਾਡੀ ਪਾਲਿਸੀ ਰਿਵਿਊ ਕਰ ਸਕਦੇ ਹਾਂ ਇਹ ਵੇਖਣ ਲਈ ਕਿ ਤੁਹਾਡੀ ਪਾਲਿਸੀ ਦੇ ਵਿੱਚ ਸਫੀਸ਼ੀਐਂਟ ਫੰਡ ਹੈ, ਕੀ ਤੁਹਾਡੀ ਪਾਲਿਸੀ ਲੰਮੇ ਸਮੇਂ ਤੱਕ ਤੁਹਾਨੂੰ ਕਵਰੇਜ ਦੇਵੇਗੀ, ਉਹ ਵੀ ਬਿਨਾਂ ਪ੍ਰੀਮੀਅਮ ਵਧਾਏ ਹੋਏ। ਇਹ ਯੂਨੀਵਰਸਲ ਲਾਈਫ ਪਲਾਨ ਇੱਕ ਦੋ ਧਾਰੀ ਤਲਵਾਰ ਹੈ। ਜੇਕਰ ਸਹੀ ਇਨਵੈਸਟਮੈਂਟਸ ਹੋ ਗਈਆਂ ਔਰ ਸਹੀ ਮੋਨੀਟਰਿੰਗ ਚੱਲਦੀ ਰਹੀ ਤੇ ਇਹ ਪਾਲਿਸੀ ਸਾਨੂੰ ਉਮਰ ਭਰ ਦੀ ਕਵਰੇਜ ਵੀ ਦੇਵੇਗੀ ਤੇ ਬਹੁਤ ਅੱਛੀ ਰਿਟਰਨ ਵੀ। ਪਰ ਜੇਕਰ ਅਜਿਹਾ ਨਾ ਹੋਇਆ ਤਾਂ ਹੋ ਸਕਦਾ ਹੈ ਕਿ ਇਹ ਪਾਲਿਸੀ ਸਾਡਾ ਉਸ ਵੇਲੇ ਸਾਥ ਛੱਡ ਦੇਵੇ ਜਦੋਂ ਸਾਨੂੰ ਇਸ ਦੀ ਬਹੁਤ ਜ਼ਿਆਦਾ ਲੋੜ ਹੋਵੇ। ਇਸ ਲਈ ਹਮੇਸ਼ਾ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀ ਪਲਾਨ ਤੇ ਆਪਣਾ ਐਡਵਾਈਜ਼ਰ ਧਿਆਨ ਨਾਲ ਚੂਜ਼ ਕਰੋ। ਹਾਂਜੀ ਫਰੈਂਡਸ, ਉਮੀਦ ਹੈ ਕਿ ਯੂਨੀਵਰਸਲ ਲਾਈਫ ਪਲਾਨ ਨੂੰ ਲੈ ਕੇ ਤੁਹਾਡਾ ਇਹ ਫੰਡਾ ਕਲੀਅਰ ਹੋਇਆ ਹੋਵੇਗਾ ਤੇ ਹੁਣ ਅਗਰ ਤੁਹਾਡੇ ਕੋਲ ਯੂਨੀਵਰਸਲ ਪਲਾਨ ਹੈ ਤਾਂ ਤੁਸੀਂ ਉਸ ਨੂੰ ਜ਼ਰੂਰ ਰਿਵਿਊ ਕਰੋਗੇ ਤਾਂ ਕਿ ਉਸ ਪਲਾਨ ਦੇ ਸਾਰੇ ਬੈਨੀਫਿਟਸ ਤੁਸੀਂ ਅੱਛੀ ਤਰੀਕੇ ਨਾਲ ਲੈ ਸਕੋ। ਤੇ ਜੇਕਰ ਫਿਰ ਵੀ ਜੇ ਤੁਸੀਂ ਇਸ ਪਲਾਨ ਦਾ ਰਿਵਿਊ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਤੇ ਜੇਕਰ ਤੁਸੀਂ ਹੁਣ ਤੱਕ ਸਾਡਾ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਾਡਾ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ, ਨਹੀਂ ਤਾਂ ਫਿਰ ਐਵਰੀ ਮੰਡੇ ਯੂ ਵਿਲ ਮਿਸ ਸਿੰਘ ਦੇ ਫੰਡੇ।